ਇੱਕ ਪਾਸੇ ਇਹੋ ਜਿਹੇ ਬਿਆਨ ਆਣਾ ਕਿ ਚਾਈਨਾ ਸਬਸਿਡਾਈਜ਼ ਰੇਟ ਤੇ ਆਪਣੇ ਮੈਨੂਫੈਕਚਰਿੰਗ ਸੈਕਟਰ ਨੂੰ ਸਟੀਲ ਆਇਰਨ ਔਰ ਦੇ ਰਿਹਾ। ਤੁਸੀਂ ਕਹਿ ਰਹੇ ਹੋ ਮਸ਼ੀਨ ਮਹਿੰਗੀ ਹੋਗੀ, ਜਦੋਂ ਉਹਨਾਂ ਨੂੰ ਸਸਤਾ ਕਰਕੇ ਚਾਈਨਾ ਦੇ ਰਿਹਾ ਉਹ ਇੰਡੀਆ ਤੋਂ ਮੰਗਾ ਕੇ ਵੀ ਸਸਤਾ ਦੇ ਰਿਹਾ, ਇਦਾਂ ਕਿਉਂ? ਲੋਕਲ ਚਾਈਨਾ ਦੇ ਵਿੱਚ ਵੀ ਲਗਭਗ ਸਟੀਲ ਮਟੀਰੀਅਲ ਦੇ ਵਿੱਚ 15 ਤੋਂ 20% ਦੇ ਰੇਟ ਵੱਧ ਚੁੱਕੇ ਆ ਜੋ ਕਿ ਮਾਰਕੀਟ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਇਫੈਕਟ ਕਰਨਗੇ। ਪਰ ਕੀ ਇਹ ਚੀਜ਼ਾਂ ਨਹੀਂ ਅਸੀਂ ਸਮਝ ਸਕਦੇ ਕਿ 20 ਤੋਂ 30% ਇੱਕ ਬਹੁਤ ਵੱਡਾ ਗੈਪ ਹੈ ਜਿੰਨੀ ਟੋਟਲ ਮਸ਼ੀਨਰੀ ਵਿਕਦੀ ਹੈ? ਕੀ ਇਹ ਨਹੀਂ ਹੋ ਸਕਦਾ ਸੀ ਉਹ ਮਸ਼ੀਨਰੀ, ਕਿਉਂਕਿ ਰॉ ਮਟੀਰੀਅਲ ਤਾਂ ਸਾਡਾ ਹੀ ਉੱਤਰ ਜਾ ਰਿਹਾ, ਉਹ ਸਾਡਾ ਰॉ ਮਟੀਰੀਅਲ ਯੂਜ਼ ਕਰਕੇ ਵੈਲਿਊ ਐਡ ਕਰਕੇ ਆਪਣੀ ਮਹਿੰਗੀ ਮਸ਼ੀਨ ਸਾਨੂੰ ਵੇਚ ਰਿਹਾ। ਇੰਡੀਆ ਦੇ ਵਿੱਚ ਲਾਕਡਾਊਨ ਹੋਇਆ, ਉਹਦੇ ਨਾਲ ਜਿਹੜੀ ਪ੍ਰੋਡਕਸ਼ਨ ਸੀਗੀ ਉਹ ਸਫਰ ਕੀਤੀ। ਹੁਣ ਫਿਰ ਉਹੀ ਸੇਮ ਸਿਚੁਏਸ਼ਨ ਆ ਚਾਈਨਾ ਦੀ ਵੀ, ਇੰਡੀਆ ਦੀ ਵੀ। जन हितैषी देख रहे दर्शकों का स्वागत है जन जन की बात जन हितैषी के साथ। दोस्तों मैं संदीप शर्मा एक बार फिर तुहाडे नाल रूबरू हो रहे हैं तो अज का जिहड़ा साडा टॉपिक है डिस्कस करांगे लेटेस्ट व्यापार दी ट्रेड दी। बैठे असीं लुधियाने शहर दे विच ते लुधियाने शहर दे विच असीं क्योंकि इत्थे हौजरी का व्यापार है तो हौजरी इंडस्ट्री की मशीनरी, जी हाँ मशीनरी और उहदे असैसरीज बेचन ਦੇ बहुत ਵੱਡਾ ਇੱਕ ਕਾਰੋਬਾਰ ਚੱਲਦਾ ਹੈ। ਇੰਟਰਨੈਸ਼ਨਲ ਲੈਵਲ ਦੀਆਂ ਮਸ਼ੀਨਰੀ ਟ੍ਰੇਡ ਹੋ ਕੇ ਇੱਥੇ ਆਉਂਦੀਆਂ, ਸੋ ਕਰੋੜਾਂ ਦਾ ਕਾਰੋਬਾਰ ਹੈ। ਇਹ ਸਾਰੇ ਬਿਜ਼ਨਸ ਦੀ ਇੱਕ ਅਸੀਂ ਤਾਜ਼ਾ ਜਾਣਕਾਰੀ ਲੈਣ, ਸਥਿਤੀ ਜਾਣਨ ਲਈ ਐਕਸਪਰਟ ਕੋਲ ਪਹੁੰਚੇ ਹਾਂ। ਨਿਟ ਐਂਡ ਸਿਊ ਦੇ ਜਿਹੜੇ ਅਮਨਦੀਪ ਟੰਡਨ ਜੀ ਹੈਗੇ, ਇਹਨਾਂ ਨੂੰ ਪੁੱਛਦੇ ਹਾਂ ਕਿ ਇਸ ਟਾਈਮ ਬਾਜ਼ਾਰ ਦੀ ਸਥਿਤੀ ਹੈ, ਕਿਉਂਕਿ ਇਹ ਜਿੱਥੇ ਨੈਸ਼ਨਲੀ ਵਪਾਰ ਕਰਦੇ ਉੱਥੇ ਇੰਟਰਨੈਸ਼ਨਲ ਵੀ ਬਹੁਤ ਵੱਡੀ ਇੰਪੋਰਟ ਕਰਦੇ ਹੈ। ਸੋ ਸਾਰੇ ਰੂਬਰੂ ਹੁੰਦੇ ਹਾਂ ਅਤੇ ਦੇਖਦੇ ਹਾਂ, ਗੱਲਬਾਤ ਕਰਦੇ ਹਾਂ। ਨਮਸਕਾਰ ਸਰ। ਨਮਸਕਾਰ ਜੀ ਸਰ, ਇਸ ਟਾਈਮ ਕੀ ਮਾਹੌਲ ਚੱਲ ਰਿਹਾ ਹੈ, ਵਪਾਰ ਕਿੱਦਾਂ ਚੱਲੇਗਾ? ਸੈਕਿੰਡ ਵੇਵ ਆਉਣ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਬਹੁਤ ਦੇਰ ਦੇ ਲੋਕਡਾਊਨ ਤੋਂ ਬਾਅਦ ਅਸੀਂ ਹੁਣ ਖੁੱਲ੍ਹ ਰਹੇ ਹਾਂ ਫਾਈਨਲੀ, ਹੌਲੀ ਹੌਲੀ ਮੰਡੀਆਂ ਖੁੱਲ੍ਹ ਰਹੀਆਂ, ਦਿੱਲੀ ਖੁੱਲ੍ਹਿਆ, ਬੰਬੇ ਦਾ ਉਮੀਦ ਕੀਤੀ ਜਾ ਰਹੀ ਹੈ ਖੁੱਲ੍ਹ ਜਾਏਗਾ। ਸੋ ਵਪਾਰ ਦੀ ਕੀ ਸਥਿਤੀ ਰਹੇਗੀ? ਵਪਾਰ ਦੇ ਵਿੱਚ ਹੁਣ ਥੋੜ੍ਹੀ ਸੁਧਰੇਗੀ ਸਥਿਤੀ, ਕਿਉਂਕਿ ਪਿਛਲੇ 1 ਮਹੀਨੇ ਤੋਂ ਟਰਾਂਸਪੋਰਟ ਬੰਦ ਹੋਣ ਕਰਕੇ, ਅਲੱਗ-ਅਲੱਗ ਸਟੇਟਸ ਬੰਦ ਹੋਣ ਕਰਕੇ ਟੋਟਲੀ ਡਿਸਪੈਚ ਜਿਹੜੀ ਸੀਗੀ ਉਹ ਬੰਦ ਹੋਈ ਸੀ, ਮਾਲ ਨਹੀਂ ਵਿਕ ਰਹੇ ਸੀ। ਜਿਹੜੇ ਪਿਛਲੇ ਆਏ ਹੋਏ ਸਟਾਕ ਆ ਸਾਡੇ, ਉਹ ਸਾਡੇ ਕੋਲ ਆਰਡਰ 'ਤੇ ਮਾਲ ਆਏ ਹੋਏ ਜਾਂ ਬਿਨਾਂ ਆਰਡਰ 'ਤੇ ਆਏ ਹੋਏ ਮਾਲ ਪਏ ਹੈ, ਬਟ ਅਸੀਂ ਡਿਲੀਵਰੀ ਕਰਨ ਦੀ ਪੋਜੀਸ਼ਨ 'ਚ ਨਹੀਂ ਹੋ। ਜਦ ਟਰਾਂਸਪੋਰਟ ਹੀ ਨਹੀਂ ਚੱਲ ਰਹੀ ਅਤੇ ਡਿਲੀਵਰੀ ਕਿੱਥੇ ਕਰੀਏ? ਦਿੱਲੀ ਬੰਦ ਹੈ, ਪੇਮੈਂਟਾਂ ਨਹੀਂ ਆ ਰਹੀਆਂ। ਹੁਣ ਅੱਗੇ ਅਸੀਂ ਐਕਸਪੈਕਟ ਕਰਦੇ ਹਾਂ ਕਿ ਇਹ ਜਿਸ ਤਰ੍ਹਾਂ ਪਿਛਲੇ ਸਾਲ ਲੋਕਡਾਊਨ ਤੋਂ ਬਾਅਦ ਇੱਕਦਮ ਬਹੁਤ ਜ਼ਿਆਦਾ ਤੇਜ਼ੀ ਆਈ ਸੀ, ਹੁਣ ਫਿਰ ਉਹ ਸਿਚੁਏਸ਼ਨ ਬਰਕਰਾਰ ਰਹੇਗੀ। ਜਿਹੜੀ ਤੁਸੀਂ ਕਹਿ ਰਹੇ ਹੋ ਲੋਕਡਾਊਨ ਤੋਂ ਬਾਅਦ ਤੇਜ਼ੀ ਆਈ ਸੀ, ਸਥਿਤੀ ਬਰਕਰਾਰ ਰਹੇਗੀ। ਸੋ ਮਸ਼ੀਨਰੀ ਦਾ ਇੰਨਾ ਜ਼ਿਆਦਾ ਵਿਕਣ ਦਾ ਰੀਜ਼ਨ? ਦੇਖੋ ਜੀ, ਚਾਈਨਾ ਦੇ ਵਿੱਚ ਲੋਕਡਾਊਨ ਹੋਇਆ ਸੀ, ਇੰਡੀਆ ਦੇ ਵਿੱਚ ਲੋਕਡਾਊਨ ਹੋਇਆ, ਉਹਦੇ ਨਾਲ ਜਿਹੜੀ ਪ੍ਰੋਡਕਸ਼ਨ ਸੀਗੀ ਉਹ ਸਫਰ ਕੀਤੀ। ਹੁਣ ਫਿਰ ਉਹੀ ਸੇਮ ਸਿਚੁਏਸ਼ਨ ਆ ਚਾਈਨਾ ਦੀ ਵੀ, ਇੰਡੀਆ ਦੀ ਵੀ। ਚਾਈਨਾ ਦੇ ਵਿੱਚ ਅੱਜ ਜੇ ਤੁਸੀਂ ਕੋਈ ਸਪੇਅਰ ਪਾਰਟ ਲੈਣਾ ਹੈ, ਉਹ ਸਾਨੂੰ 3-3 ਮਹੀਨੇ ਦੀ ਡਿਲੀਵਰੀ ਡੇਟ ਹੈ। 100% ਪੇਮੈਂਟ ਡਿਪੋਜ਼ਿਟ ਦੇਣ ਤੋਂ ਬਾਅਦ 3 ਮਹੀਨੇ ਬਾਅਦ ਡਿਲੀਵਰੀ ਹੈ, ਫਿਰ 2 ਮਹੀਨੇ ਦਾ ਟਾਈਮ ਹੈ ਜਿਹਦੇ ਵਿੱਚ ਇੱਥੇ ਪਹੁੰਚੇਗਾ ਟ੍ਰਾਂਜ਼ਿਟ ਦਾ। ਜੇ 5 ਤੋਂ 6 ਮਹੀਨਿਆਂ ਦੇ ਵਿੱਚ ਮਾਲ ਸਾਡੇ ਕੋਲ ਆਏਗਾ, ਅਸੀਂ ਵੇਚਾਂਗੇ, ਕਿਸ ਕੋਸਟਿੰਗ 'ਤੇ ਵੇਚਾਂਗੇ? ਸਾਰੀ ਦੀ ਸਾਰੀ ਕੋਸਟਿੰਗ ਗੜਬੜ ਹੋ ਚੁੱਕੀ ਹੈ। ਬਟ ਡਿਮਾਂਡ ਅੱਗੇ ਮਾਰਕੀਟ ਦੇ ਵਿੱਚ ਹੈਗੀ ਹੈ, ਸਪਲਾਈ ਨਹੀਂ ਹੈਗੀ। ਓਕੇ, ਟੋਟਲੀ ਇਹਦਾ ਰੀਜ਼ਨ ਆਇਰਨ ਦੇ ਰੇਟ ਜਿਹੜੇ ਵਧੇ ਆ, ਉਹਦੇ ਕਰਕੇ ਪ੍ਰਾਈਸ ਵੱਧ ਗਏ ਆ, ਇਨਵੈਸਟਮੈਂਟ ਕਾਸਟ ਵੱਧ ਗਈ ਆ, ਅੱਗੇ ਪ੍ਰੋਫਿਟੇਬਿਲਿਟੀ ਨਹੀਂ ਹੈਗੀ। ਜਿਹੜਾ ਸਮਾਨ ਅਸੀਂ ਇੱਕ ਮੰਨ ਲਈਏ, ਇੱਕ ਸਟੋਰੇਜ ਫੀਡਰ IRO ਲਗਾ ਲਈਏ, 300-350 ਰੁਪਏ ਦਾ ਲੋਕਲ ਮਾਰਕੀਟ ਦੇ ਵਿੱਚ ਅਸੀਂ ਵੇਚਦੇ ਸੀ ਚਾਈਨਾ ਤੋਂ ਇੰਪੋਰਟ ਕਰਨ ਤੋਂ ਬਾਅਦ, ਉਹਦਾ ਅੱਜ ਰੇਟ ਲਗਭਗ 450 ਰੁਪਏ ਹੈ। ਇਹ ਇੱਕਦਮ ਡਿਊ ਟੂ ਸਟੀਲ, ਡਿਊ ਟੂ ਵਰਕਿੰਗ ਕਾਸਟ ਵੱਧ ਚੁੱਕਾ ਹੈ। ਸਰ, ਮੈਂ ਇੱਥੇ ਤੁਹਾਡੇ ਨੂੰ ਰੋਕਣਾ ਚਾਹਾਂਗਾ, ਕਰੈਕਟ ਕਰਨ ਦੀ ਕੋਸ਼ਿਸ਼ ਕਰਦਾ, ਪਤਾ ਨਹੀਂ ਕਿੱਥੇ ਸੱਚਾਈ ਹੈ, ਤੁਸੀਂ ਦੱਸ ਪਾਓਗੇ। ਇਹੋ ਜਿਹਾ ਕਿਹਾ ਜਾ ਰਿਹਾ ਹੈ ਇੰਡੀਅਨ ਸਟੀਲ ਇੰਡਸਟਰੀ ਜਾਂ ਇੰਡੀਅਨ ਦੂਸਰੇ ਸੈਕਟਰ ਦੇ ਮੈਨੂਫੈਕਚਰਿੰਗ ਇੰਜੀਨੀਅਰਿੰਗ ਸੈਕਟਰ ਦੇ ਲੋਕ ਇਹ ਕਹਿ ਰਹੇ ਹੈ ਕਿ ਚਾਈਨਾ ਇੰਡੀਆ ਤੋਂ ਸਟੀਲ ਇੰਪੋਰਟ ਕਰ ਰਿਹਾ, ਇੰਪੋਰਟ ਕਰਕੇ ਆਪਣੇ ਜਿਹੜੇ ਲੋਕ ਹੈਗੇ ਆ, ਜਿਹੜੇ ਉੱਥੇ ਦੀ ਮੈਨੂਫੈਕਚਰਿੰਗ ਸੈਕਟਰ, ਉਹਨਾਂ ਨੂੰ ਸਸਤੀ ਸਟੀਲ ਅਵੇਲੇਬਲ ਕਰਾ ਰਿਹਾ ਤਾਂ ਕਿ ਉਹਨਾਂ ਦਾ ਮੈਨੂਫੈਕਚਰਿੰਗ ਸੈਕਟਰ ਜਿਹੜਾ ਹੈ ਸਸਤਾ ਹੀ ਰਹੇ, ਮਹਿੰਗਾ ਨਾ ਹੋਵੇ। ਇੱਕ ਪਾਸੇ ਇਹੋ ਜਿਹੇ ਬਿਆਨ ਆਣਾ ਕਿ ਚਾਈਨਾ ਸਬਸਿਡਾਈਜ਼ ਰੇਟ ਤੇ ਆਪਣੇ ਮੈਨੂਫੈਕਚਰਿੰਗ ਸੈਕਟਰ ਨੂੰ ਸਟੀਲ ਆਇਰਨ ਔਰ ਦੇ ਰਿਹਾ, ਜਿਹਦੇ ਤੋਂ ਮਸ਼ੀਨਾਂ ਬਣਦੀਆਂ। ਤੁਸੀਂ ਕਹਿ ਰਹੇ ਹੋ ਮਸ਼ੀਨ ਮਹਿੰਗੀ ਹੋਗੀ, ਜਦੋਂ ਉਹਨਾਂ ਨੂੰ ਸਸਤਾ ਕਰਕੇ ਚਾਈਨਾ ਦੇ ਰਿਹਾ ਉਹ ਇੰਡੀਆ ਤੋਂ ਮੰਗਾ ਕੇ ਵੀ ਸਸਤਾ ਦੇ ਰਿਹਾ, ਇਦਾਂ ਕਿਉਂ?
ਨਹੀਂ, ਇਸ ਤਰ੍ਹਾਂ ਦੀ ਗੱਲ ਨਹੀਂ। ਚਾਈਨਾ ਦੇ ਵਿੱਚ ਜਿਹੜੀ ਮਸ਼ੀਨਿੰਗ ਕਾਸਟ ਹੈ ਉਹ ਸਸਤੀ ਹੈ। ਰॉ ਮਟੀਰੀਅਲ ਕਾਸਟ ਇੰਡੀਆ ਦੇ ਵਿੱਚ ਸਸਤੀ ਹੈ, ਬਟ ਸਾਡੇ ਕੋਲ ਉਹਨਾਂ ਦੇ ਬਰਾਬਰ ਦੀ ਟੈਕਨੋਲੋਜੀ ਨਹੀਂ ਹੈਗੀ ਜਿਹਦੇ ਨਾਲ ਅਸੀਂ ਆਪਣੀ ਮਸ਼ੀਨਿੰਗ ਸਸਤੀ ਕਰ ਲਈਏ। ਚਾਈਨਾ ਦੇ ਵਿੱਚ ਜਿਹੜੀ ਮਸ਼ੀਨਿੰਗ ਕਾਸਟ ਸਸਤੀ ਹੋਣ ਦੇ ਕਰਕੇ ਉਹਨਾਂ ਦੇ ਜਿਹੜੇ ਪ੍ਰਾਈਸਿਸ ਹੈ ਉਹ ਅੱਜ ਵੀ ਐਜ਼ ਕੰਪੇਅਰ ਟੂ ਇੰਡੀਆ ਸਸਤੇ ਹੈ। ਮੈਂ ਇਹ ਕਹਿ ਰਿਹਾ ਹਾਂ, ਚਾਈਨਾ ਨੇ ਆਪਣੀਆਂ ਸਟੀਲ ਦੀ ਮਿਲਾਂ ਬੰਦ ਕਰਤੀਆਂ, ਤੁਸੀਂ ਮੇਰੀ ਉਹ ਇੰਡੀਆ ਤੋਂ ਮਾਲ ਇੰਪੋਰਟ ਕਰ ਰਹੇ ਆ। ਨਹੀਂ, ਤੁਸੀਂ ਮੇਰੀ ਗੱਲ ਨੂੰ ਸਮਝੋ। ਲੋਕਲ ਚਾਈਨਾ ਦੇ ਵਿੱਚ ਵੀ ਲਗਭਗ ਸਟੀਲ ਮਟੀਰੀਅਲ ਦੇ ਵਿੱਚ 15 ਤੋਂ 20% ਦੇ ਰੇਟ ਵੱਧ ਚੁੱਕੇ ਆ। 15 ਉਹੀ 10 ਤੋਂ 15% ਸੈਲਰੀਜ਼ ਵੱਧ ਚੁੱਕੀਆਂ। ਅਸੀਂ ਜਿਹੜੀ ਇੰਪੋਰਟ ਪਿਛਲੇ ਸਾਲ ਕਰ ਰਹੇ ਸੀ, ਇਸ ਸਾਲ ਇੰਪੋਰਟ ਦੇ ਵਿੱਚ ਲਗਭਗ 30% ਪ੍ਰਾਈਸ ਇਨਕਰੀਜ਼ ਹੋ ਚੁੱਕੇ ਆ, ਜੋ ਕਿ ਮਾਰਕੀਟ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਇਫੈਕਟ ਕਰਨਗੇ। ਇਹ ਹਜੇ ਕੋਈ ਕਿਸੇ ਕੋ ਆਪਣਾ ਪੁਰਾਣਾ ਸਟਾਕ ਪਿਆ ਹੈ ਜਾਂ ਕੋਈ ਪੁਰਾਣੇ ਆਰਡਰ ਕਮਿਟਮੈਂਟਸ ਪੂਰੀਆਂ ਹੋ ਰਹੀਆਂ, ਬਟ ਕਮਿੰਗ ਟਾਈਮਸ ਦੇ ਵਿੱਚ ਲਗਭਗ ਇੰਡੀਅਨ ਇੰਡਸਟਰੀ ਇਹ ਗੱਲ ਸਮਝ ਕੇ ਚੱਲੇ 20 ਤੋਂ 30% ਦੀ ਇਨਕਰੀਜ਼ ਚਾਈਨੀਜ਼ ਇੰਪੋਰਟ ਦੇ ਪ੍ਰਾਈਸ ਦੇ ਵਿੱਚ ਹੋਏਗੀ। ਸਰ, ਮੈਂ ਇੱਕ ਹੋਰ ਚੀਜ਼ ਪੁੱਛਣਾ ਚਾਹਾਂਗਾ, ਤੁਸੀਂ ਬੜਾ ਵਧੀਆ ਆਨਸਰ ਦਿੱਤਾ, 20 ਤੋਂ 30% ਜਿਹੜੀ ਪ੍ਰਾਈਸ ਇਨਕਰੀਜ਼ ਹੋਏਗੀ, ਪਰ ਕੀ ਇਹ ਚੀਜ਼ਾਂ ਨਹੀਂ ਅਸੀਂ ਸਮਝ ਸਕਦੇ ਕਿ 20 ਤੋਂ 30% ਇੱਕ ਬਹੁਤ ਵੱਡਾ ਗੈਪ ਹੈ ਜਿੰਨੀ ਟੋਟਲ ਮਸ਼ੀਨਰੀ ਵਿਕਦੀ ਹੈ? ਕਿ ਇਹ ਨਹੀਂ ਹੋ ਸਕਦਾ ਸੀ ਉਹ ਮਸ਼ੀਨਰੀ, ਕਿਉਂਕਿ ਰॉ ਮਟੀਰੀਅਲ ਤਾਂ ਸਾਡਾ ਹੀ ਉੱਤਰ ਜਾ ਰਿਹਾ, ਉਹ ਸਾਡਾ ਰॉ ਮਟੀਰੀਅਲ ਯੂਜ਼ ਕਰਕੇ ਵੈਲਿਊ ਐਡ ਕਰਕੇ ਆਪਣੀ ਮਹਿੰਗੀ ਮਸ਼ੀਨ ਸਾਨੂੰ ਵੇਚ ਰਿਹਾ। ਸੋ ਇੱਦਾਂ ਦੀ ਚੀਜ਼ਾਂ ਨਹੀਂ ਪੋਸੀਬਲ ਕਿ ਤੁਸੀਂ ਲੋਕੀ ਜਿਹੜੇ ਅੱਜ ਮਸ਼ੀਨ ਇੰਪੋਰਟ ਕਰ ਰਹੇ ਹੋ, ਤੁਸੀਂ ਉੱਥੇ ਦੀ ਕੁਝ ਕੰਪਨੀਆਂ ਨਾਲ JVs ਕਰੋ ਜਾਂ ਕੁਝ ਉੱਥੇ ਦੀ ਕੰਪਨੀਆਂ ਤੋਂ ਟੈਕਨੋਲੋਜੀ ਲਓ ਤੇ ਮਸ਼ੀਨ ਇੰਡੀਆ 'ਚ ਬਣਾ ਦਿਓ ਤਾਂ ਕਿ ਸਾਡੇ ਕੋਲ ਸਸਤਾ ਸਾਡੇ ਪ੍ਰੋਡਕਟ ਸਾਨੂੰ ਸਾਡੇ ਐਂਡ ਯੂਜ਼ਰ ਨੂੰ ਸਸਤਾ ਮਿਲ ਸਕੇ। ਇਹ ਹੋ ਸਕਦਾ ਵਾ, ਇਹ ਕੋਈ ਵੱਡੀ ਗੱਲ ਨਹੀਂ ਹੈਗੀ, ਬਟ ਇੱਥੇ ਸਾਡੀ ਗਵਰਨਮੈਂਟ ਦੀਆਂ ਪਾਲਿਸੀਜ਼ ਆ ਜਾਂਦੀਆਂ ਵਾ। ਸਾਨੂੰ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਆ ਰਹੀ ਹੈ ਇਸ ਕਰੋਨਾ ਟਾਈਮ ਦੇ ਵਿੱਚ, ਇੰਟਰਸਟ ਰੇਟ ਵੱਧ ਚੁੱਕਾ ਵਾ। ਇੱਕ ਮਹੀਨੇ ਦਾ ਲੋਕਡਾਊਨ ਲੱਗ ਜਾਂਦਾ ਹੈ, ਵਰਕਰਸ ਨੂੰ ਸੈਲਰੀ ਦੇਣੀ ਪੈ ਰਹੀ ਹੈ, ਇੰਟਰਸਟ ਕਾਸਟ ਪੈ ਰਹੀ ਹੈ, ਵਪਾਰ ਦੇ ਹੋਰ ਜਿਹੜੇ ਫਿਕਸਡ ਕਾਸਟਸ ਹੈਗੀਆਂ ਵਾ ਉਹ ਸਾਰੀਆਂ ਪੈ ਰਹੀਆਂ ਵਾ। ਉਹਦੇ ਨਾਲ ਜਦੋਂ ਅਸੀਂ ਕਾਸਟਿੰਗ ਕੈਲਕੂਲੇਸ਼ਨ ਕਰਦੇ ਪਏ ਆ, ਉਹ ਅਨਸਰਟਨ ਹੈ ਕਿ ਅਸੀਂ ਕੀ ਕਰੀਏ। ਬਟ ਇਹ ਗੱਲ ਕਲੀਅਰ ਹੈ ਕਿ ਜਿਸ ਤਰ੍ਹਾਂ ਚਾਈਨਾ ਦੇ ਵਿੱਚ 20 ਤੋਂ 30% ਤੱਕ ਦੀ ਕਾਸਟਿੰਗ ਵਧੀ ਹੈ, ਜੇ ਅਸੀਂ ਇੰਡੀਆ 'ਚ ਹੁਣ ਮੈਨੂਫੈਕਚਰਿੰਗ ਕਰੀਏ ਤੇ ਉਹ ਸਸਤੀ ਪਏਗੀ, ਸਾਨੂੰ ਇੱਥੇ ਮਾਲ ਸਸਤਾ ਪਏਗਾ। ਔਰ ਤੁਸੀਂ ਦੇਖੋਗੇ ਕਮਿੰਗ ਡੇਜ਼ ਦੇ ਵਿੱਚ ਇਹ ਲੋਕਲ ਲੋਕ ਇਨੀਸ਼ੀਏਟਿਵ ਲੈਣਗੇ। ਸੋ ਤੁਹਾਡੇ ਕਹਿਣ ਦਾ ਮਤਲਬ ਮਸ਼ੀਨਾਂ ਇੰਡੀਆ 'ਚ ਬਣਨਗੀਆਂ ਜਾਂ ਮਸ਼ੀਨਾਂ ਹਜੇ ਵੀ ਉੱਥੋਂ ਹੀ ਆਉਣਗੀਆਂ, ਪ੍ਰੋਡਕਟ ਫਿਨਿਸ਼ ਪ੍ਰੋਡਕਟ ਇੱਥੇ ਬਣੇਗਾ? ਨਹੀਂ, ਦੋਨੋਂ ਕੰਮ ਇੱਥੇ ਹੋਣਗੇ। ਕੁਝ ਚਾਈਨਾ ਦੀਆਂ ਕੰਪਨੀਆਂ ਇੰਡੀਆ ਦੇ ਮੈਨੂਫੈਕਚਰਰਸ ਨਾਲ, ਆਪਣੇ ਦੋਸਤਾਂ ਦੇ ਨਾਲ, ਬਿਜ਼ਨਸਮੈਨਸ ਦੇ ਨਾਲ ਕੋਲੈਬੋਰੇਸ਼ਨ ਦੇ ਵਿੱਚ ਜਾਂ ਬਿਜ਼ਨਸ ਸਟਾਕਸ ਦੇ ਵਿੱਚ ਹੈ ਕਿ ਅਸੀਂ ਇੱਥੇ ਪ੍ਰੋਡਕਸ਼ਨ ਕਰ ਲਈਏ, ਕਿਉਂਕਿ ਚਾਈਨਾ ਦੇ ਵਿੱਚ ਜਿਹੜੀ ਡੇ ਬਾਈ ਡੇ ਸਰਵਾਈਵਲ ਕਾਸਟ ਹੈ ਉਹ ਮਹਿੰਗੀ ਹੋ ਰਹੀ ਹੈ। ਸਾਡੇ ਕੋਲ ਉਹਨਾਂ ਦੇ ਲੈਵਲ ਦੀ ਟੈਕਨੋਲੋਜੀ ਨਹੀਂ ਹੈ, ਬਟ ਬਾਕੀ ਸਾਰਾ ਇਨਫਰਾਸਟ੍ਰਕਚਰ ਲੇਬਰ ਸਾਡੀ ਸਸਤੀ ਹੈ। ਕੁਝ ਟੈਕਨੀਕਲ ਉੱਥੋਂ ਲੈ ਕੇ 5% ਜਿਹੜੇ ਇੰਜੀਨੀਅਰਿੰਗ ਹੈਗੇ ਇੰਜੀਨੀਅਰਸ ਕੋਈ ਜਾਂ ਹੋਰ ਕੋਈ ਟੈਕਨੀਸ਼ੀਅਨ ਵਧੀਆ ਉਹਨਾਂ ਕੋਲੋਂ ਲੈ ਕੇ ਲੋਕਲ ਸਟਾਫ ਨੂੰ ਟ੍ਰੇਨਡ ਕੀਤਾ ਜਾ ਸਕਦਾ। ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ। ਸੋ ਸਾਨੂੰ ਤੁਹਾਡੇ ਕਹਿਣ ਦਾ ਮਤਲਬ ਟੈਕਨੀਕਲ ਇੱਕ ਤਰ੍ਹਾਂ ਦਾ ਉਹਨਾਂ ਦਾ ਜਿਹੜੇ ਟੈਕਨੋਲੋਜੀ ਹੈ ਉਹਦੇ ਲਈ ਉੱਥੇ ਦੇ ਇੰਜੀਨੀਅਰਸ ਜਾਂ ਕੁਝ ਇੱਦਾਂ ਦੀ ਮੈਨ ਪਾਵਰ ਲੈਣੀ ਚਾਹੀਦੀ ਜਿਹੜੇ ਕਿ ਮਸ਼ੀਨ ਨੂੰ ਹੀ ਇੱਥੇ ਡਿਵੈਲਪ ਕਰ ਦੇਣ ਤਾਂ ਕਿ ਅਸੀਂ ਲੌਂਗ ਟਰਮ ਇੱਕ ਪਲੇ ਕਰ ਸਕੀਏ। ਹਾਂ, ਬਿਲਕੁਲ ਠੀਕ ਕਹਿ ਰਹੇ ਤੁਸੀਂ, ਕਿਉਂਕਿ ਉਹਨਾਂ ਦਾ ਇਨਫਰਾਸਟ੍ਰਕਚਰ ਉੱਥੇ ਡਿਵੈਲਪ ਹੈ। ਕੋਈ ਕੰਪਿਊਟਰ ਦਾ, ਕੋਈ ਕੰਪਲੇਂਟ ਦਾ, ਕੋਈ ਸੌਫਟਵੇਅਰ ਦਾ, ਜੋ ਵੀ ਚਾਹੀਦਾ ਵਾ ਸਮਾਨ ਉੱਥੇ ਉਹ ਡਿਵੈਲਪ ਕਰ ਚੁੱਕੇ ਆ। ਅਸੀਂ ਡਿਵੈਲਪ ਕਰਨਾ ਹੈ, ਅਸੀਂ ਹਜੇ ਪਹਿਲੀ ਸਟੇਜ 'ਚ ਹੈ, ਉਹ ਹੈਗੇ ਆ Z ਸਟੇਜ ਦੇ ਵਿੱਚ, ਲਾਸਟ ਸਟੇਜਾਂ ਦੇ ਵਿੱਚ, ਐਡਵਾਂਸ ਸਟੇਜ ਦੇ ਵਿੱਚ। ਉਹਦਾ ਕੋਲੋਂ ਸਾਨੂੰ ਟੈਕਨੀਕਲ ਬੰਦੇ ਇੱਥੇ ਲੈ ਕੇ ਡਿਵੈਲਪਮੈਂਟ ਕੀਤੀ ਜਾ ਸਕਦੀ ਹੈ, ਕੋਈ ਵੱਡੀ ਗੱਲ ਨਹੀਂ ਹੈਗੀ। ਕਿਉਂਕਿ ਜਿਸ ਹਿਸਾਬ ਦੇ ਨਾਲ ਅਸੀਂ ਉਹਨਾਂ ਦੀਆਂ ਕੰਪਨੀਆਂ ਨੂੰ ਦੇਖਦੇ ਹਾਂ, ਜਿਸ ਹਿਸਾਬ ਦਾ ਉਹਨਾਂ ਦੀ ਪ੍ਰੋਡਕਸ਼ਨ ਲੈਵਲ ਨੂੰ, ਸੈਕਟਰ ਨੂੰ ਦੇਖਦੇ ਹਾਂ, ਉਹ ਅਸੀਂ ਇੱਥੇ ਲੋਕਲ ਫੈਕਟਰੀਆਂ 'ਚ ਵੀ ਦੇਖਦੇ ਹਾਂ। ਸਾਡੇ ਕੋਲ ਉਹਨਾਂ ਤੋਂ ਬੈਟਰ ਟ੍ਰੇਨਡ ਸਟਾਫ ਹੈਗਾ ਵਾ, ਸਾਡੇ ਕੋਲ ਬੈਟਰ ਟ੍ਰੇਨਡ ਲੇਬਰ ਹੈਗੀ ਹੈ। ਸਿਰਫ ਕੁਝ ਪਾਰਟਸ ਦੇ ਵਿੱਚ, ਜਿਸ ਤਰ੍ਹਾਂ ਅਸੀਂ ਕਹੀਏ ਸੌਫਟਵੇਅਰ ਦੇ ਵਿੱਚ, ਸਾਡੇ ਕੋਲ ਇੱਥੇ ਉਸ ਲੈਵਲ ਦੇ ਬੰਦੇ ਹਜੇ ਡਿਵੈਲਪ ਨਹੀਂ ਹੋਏ। ਜੇ ਕੋਈ ਵੀ ਬੰਦਾ ਇੱਥੇ ਇਨਫਰਾਸਟ੍ਰਕਚਰ ਲਗਾਉਂਦਾ ਵਾ, ਇੰਪੋਰਟ ਦਾ ਇਨਫਰਾਸਟ੍ਰਕਚਰ ਲਗਾਉਂਦਾ ਹੈ ਕਿ ਜੋ ਚੀਜ਼ਾਂ ਬਾਹਰੋਂ ਇੰਪੋਰਟ ਹੋ ਕੇ ਇੱਥੇ ਆ ਰਹੀਆਂ ਔਰ ਉਹਨਾਂ ਦੀ ਮੈਨੂਫੈਕਚਰਿੰਗ ਕਰ ਰਿਹਾ ਹੈ, ਉਹਦੇ ਉੱਤੇ ਟੈਕਸ ਬੈਨੀਫਿਟ, ਕੋਈ ਗਵਰਨਮੈਂਟ ਬੈਂਕ ਇੰਟਰਸਟ ਦੇ ਵਿੱਚ ਸਬਸਿਡੀ, ਕੋਈ ਬੈਂਕ ਫਾਈਨਾਂਸ ਦੇ ਵਿੱਚ ਸਬਸਿਡੀ ਮਿਲੇ, ਜਿਹਦੇ ਨਾਲ ਕਿ ਉਸ ਬੰਦੇ ਦਾ, ਇਨਵੈਸਟਰ ਦਾ ਰਿਸਕ ਕਵਰ ਹੋ ਸਕੇ। ਬੇਸਿਕਲੀ ਜਿਹੜਾ ਇਨਵੈਸਟਰ ਹੈ ਉਹ ਟੈਕਨੋਲੋਜੀ ਨੂੰ ਜਿਹੜਾ ਇੰਪੋਰਟ ਕਰਨ 'ਚ ਬੈਨੀਫਿਟ ਮਿਲੇ ਜਾਂ ਫਾਈਨਲ ਪ੍ਰੋਡਕਟ ਨੂੰ? ਨਹੀਂ, ਇਹਦੇ ਵਿੱਚ ਇਨਵੈਸਟਮੈਂਟ ਪਾਰਟਸ ਦੇ ਵਿੱਚ ਚਾਹੀਦਾ ਵਾ। ਫਾਈਨਲ ਪ੍ਰੋਡਕਟ ਦੇ ਵਿੱਚ ਤਾਂ ਕਾਸਟਿੰਗ ਡਾਊਨ ਆ ਜਾਣੀ ਹੈ, ਇੱਥੇ ਵਿਕ ਜਾਣਾ।
ਫਸਟ ਇਨੀਸ਼ੀਅਲ ਇਨਵੈਸਟਮੈਂਟ ਜਿੱਦਾਂ 25 ਕਰੋੜ ਰੁਪਏ ਮੰਨ ਲਈਏ ਆਪਾਂ ਇੱਕ ਪਲਾਂਟ ਦੀ ਕਾਸਟ ਹੈ, ਉਹਦੇ ਵਿੱਚ ਸਬਸਿਡੀ ਚਾਹੀਦੀ ਹੈ। ਜਿਸ ਤਰ੍ਹਾਂ ਗਵਰਨਮੈਂਟ ਮੇਰਾ ਕੁਐਸਚਨ ਇਹ ਸੀ ਕਿ ਜਦੋਂ ਟੈਕਨੋਲੋਜੀ ਇੰਪੋਰਟ ਕਰਨ ਲਈ ਆਪਾਂ ਨੂੰ ਸਰਕਾਰ ਸਪੋਰਟ ਕਰੇ, ਜਾਂ ਇੱਕ ਬੰਦਾ ਕਹਿੰਦਾ ਟੀ-ਸ਼ਰਟ ਨਾ ਇੰਪੋਰਟ ਕਰਨ 'ਚ ਮਿਲੇ, ਮਸ਼ੀਨਰੀ ਇੰਪੋਰਟ ਕਰਨ 'ਚ ਮਿਲੇ, ਤਾਂ ਕਿ ਮਸ਼ੀਨਰੀ ਨਾਲ ਇੱਥੇ ਕਿੰਨੀਆਂ ਟੀ-ਸ਼ਰਟਾਂ ਬਣ। ਮੈਂ ਉਹੀ ਗੱਲ ਕਹਿ ਰਿਹਾ, ਪਲਾਂਟ ਇੰਪੋਰਟ ਕਰਨ ਦੇ ਵਿੱਚ ਜਿਹੜੇ ਜਿਹਦੇ ਨਾਲ ਟੈਕਨੋਲੋਜੀ ਦੇ ਵਿੱਚ ਸਾਨੂੰ ਫਾਈਨੈਂਸ਼ੀਅਲ ਮਦਦ ਚਾਹੀਦੀ ਹੈ, ਜਿਹਦੇ ਨਾਲ ਕਿ ਅਸੀਂ ਇੱਥੇ ਪ੍ਰੋਡਕਟ ਡਿਵੈਲਪ ਕਰਕੇ ਸਸਤਾ ਵੇਚ ਲਈਏ ਔਰ ਇੰਪੋਰਟ ਦਾ ਜਿਹੜੀ ਹੈਗੀ ਹੈ ਉਹ ਪਰਮਾਨੈਂਟਲੀ ਬੰਦ ਹੋ ਜਾਏ। ਥੈਂਕ ਯੂ ਸਰ, ਥੈਂਕ ਯੂ। ਤੇ ਦੋਸਤੋ, ਇਹ ਸੀਗੇ ਅਮਨਦੀਪ ਟੰਡਨ ਜੀ, ਜਿਨ੍ਹਾਂ ਨੇ ਬੜਾ ਇੱਕ ਕੀਤਾ। ਇਹਨਾਂ ਨੇ ਬਹੁਤ ਸਾਰੇ ਸੁਜੈਸ਼ਨਸ ਦਿੱਤੇ। ਇਹਨਾਂ ਨੇ ਦੱਸਿਆ ਕਿ ਜਿਸ ਹਿਸਾਬ ਨਾਲ ਪੂਰੇ ਕੋਵਿਡ ਦੇ ਵਿੱਚ ਪੂਰੇ ਵਰਲਡ ਦਾ ਸਿਨੈਰੀਓ ਇੱਕ ਚੇਂਜ ਹੋ ਗਿਆ, ਉੱਦਾਂ ਚਾਈਨਾ 'ਚ ਵੀ ਬਹੁਤ ਸਾਰੀਆਂ ਚੀਜ਼ਾਂ ਮਹਿੰਗੀਆਂ ਹੋਈਆਂ, ਰॉ ਮਟੀਰੀਅਲ ਮਹਿੰਗਾ ਹੋਇਆ ਹੈ, ਲੇਬਰ ਮਹਿੰਗੀ ਹੋਈ ਹੈ, ਬਹੁਤ ਸਾਰੇ ਪ੍ਰਾਈਸ ਫੈਕਟਰ ਦੇ ਵਧਣ ਕਰਕੇ 20 ਤੋਂ 25% ਦਾ ਇੱਕ ਇਜ਼ਾਫਾ ਹੋ ਚੁੱਕਾ ਹੈ। ਜੇ ਅਸੀਂ ਇੰਡੀਆ ਦੇ ਵਿੱਚ ਐਂਡ ਯੂਜ਼ਰ ਨੂੰ ਸਸਤਾ ਪ੍ਰੋਡਕਟ ਦੇਣਾ, ਤਾਂ ਸਰਕਾਰ ਨੂੰ ਥੋੜ੍ਹਾ ਸਾ ਇਨੀਸ਼ੀਏਟਿਵ ਲੈਣਾ ਪਊਗਾ। ਉਹਨਾਂ ਨੂੰ ਇਹੋ ਜਿਹਾ ਐਕਸਪਰਟਸ ਦੀ ਰਾਏ ਲੈ ਕੇ, ਇਹਨਾਂ ਦੇ ਨਾਲ ਵਰਕਿੰਗ ਕਰਕੇ ਇੱਕ ਕਮੇਟੀ ਬਣਾ ਕੇ ਇਹੋ ਜਿਹੀ ਕੁਝ ਸਕੀਮਾਂ ਲਿਆਉਣੀਆਂ ਪੈਣਗੀਆਂ, ਜਿਹਦੇ ਨਾਲ ਕਿ ਇੰਡੀਆ ਦੇ ਵਿੱਚ ਹੀ ਹੁਣ ਨਵਾਂ ਔਰ ਅੱਛਾ ਬਿਹਤਰ ਕੁਆਲਿਟੀ ਔਰ ਪੋਕਟ ਫਰੈਂਡਲੀ ਜਿਹੜੇ ਪ੍ਰੋਡਕਟ ਅਵੇਲੇਬਲ ਕਰਾਏ ਜਾ ਸਕਣ, ਉਹਦੀ ਮੈਨੂਫੈਕਚਰਿੰਗ ਵੀ ਹੋਵੇ ਔਰ ਉਹਦੀ ਮਾਰਕੀਟਿੰਗ ਵੀ ਹੋਵੇ, ਤਾਂ ਕਿ ਅਸੀਂ ਇੱਕ ਤਾਂ ਆਤਮ ਨਿਰਭਰ ਬਣੇ ਭਾਰਤ, ਪਲੱਸ ਜਿਹੜਾ ਸਾਡਾ ਐਂਡ ਯੂਜ਼ਰ ਹੈ ਉਹ ਚਾਈਨਾ ਦੇ ਮੁਕਾਬਲੇ ਉਹਦੀ ਜਿਹੜੀ ਪੇਇੰਗ ਕੈਪੈਸਿਟੀ ਹੈ ਉਹ ਘੱਟ ਹੈ, ਅਤੇ ਉਹਦੀ ਕੈਪੈਸਿਟੀ ਦੇ ਵਿੱਚ ਪ੍ਰੋਡਕਟ ਅਵੇਲੇਬਲ ਕਰਾਇਆ ਜਾ ਸਕੇ। ਇਹਦੇ ਨਾਲ ਸਾਡਾ ਚਹੁੰ-ਪੁੱਖੇ ਵਿਕਾਸ ਹੋਏਗਾ। ਜਿੱਥੇ ਸਾਡੇ ਕੋਲ ਟੈਕਨੋਲੋਜੀ ਆਏਗੀ, ਉੱਥੇ ਫਿਨਿਸ਼ ਪ੍ਰੋਡਕਟ ਦੀ ਵੀ ਲਾਗਤ ਸਸਤੀ ਹੋਣ ਕਰਕੇ ਐਂਡ ਯੂਜ਼ਰ ਨੂੰ ਸਸਤਾ ਪ੍ਰੋਡਕਟ ਮਿਲੇਗਾ ਔਰ ਅਸੀਂ ਇੱਕ ਵਾਰੀ ਫਿਰ ਆਤਮ ਨਿਰਭਰ ਹੋ ਸਕਾਂਗੇ। ਸੋ ਇਹ ਸੀ ਸਾਡੀ ਅੱਜ ਬਿਜ਼ਨਸ ਦੇ ਨਾਲ ਜੁੜੀ ਇੱਕ ਰਿਪੋਰਟ। ਇੱਦਾਂ ਹੀ ਵੱਖ-ਵੱਖ ਮੁੱਦਿਆਂ 'ਤੇ ਤੁਹਾਡੇ ਨਾਲ ਰੂਬਰੂ ਹੁੰਦੇ ਰਹਾਂਗੇ। ਦੇਖਦੇ ਰਹੋ, ਬਨੇ ਰਹੋ ਜਨ ਹਿਤੈਸ਼ੀ। ਧੰਨਵਾਦ।